यूरोप कॉन्टीनेंट ते रशिया की हाईएस्ट पीक है एंड इट इज़ वन ऑफ द हाईएस्ट पीक्स ऑफ 7 कॉन्टीनेंट्स। ਅਸੀਂ ਉਸ 'ਤੇ ਇੱਕ ਤਿਰੰਗਾ ਲਹਿਰਾਇਆ। ਮੈਂ ਚਾਹੁੰਦਾ ਕਿ ਇਸ ਚੀਜ਼ ਨਾਲ ਲੋਕ ਇੰਸਪਾਇਰ ਹੋਣ ਐਂਡ ਉਹਨਾਂ 'ਚ ਇੱਕ ਫੀਲਿੰਗ ਆਏ ਐਂਡ ਸਪੋਰਟਸ ਦੀ ਪ੍ਰਮੋਸ਼ਨ ਹੋਏ ਇਨ ਪੰਜਾਬ। ਮਾਨ ਸਾਹਿਬ ਭਗਵੰਤ ਮਾਨ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਐਂਡ ਸਾਡੇ ਡਿਪਾਰਟਮੈਂਟ ਦੇ ਰਾਈਟ ਨਾਓ ਆਈ ਐਮ ਵਰਕਿੰਗ ਐਜ਼ AIG ਐਕਸਾਈਜ਼ ਟੈਕਸੇਸ਼ਨ। ਪਰ ਉੱਥੇ ਦੇ ਅਸਲ ਹਾਲਾਤ ਕਿਵੇਂ ਦੇ ਸੀ? ਚੈਲੰਜਸ ਬਹੁਤ ਸੀਗੇ, ਸਾਨੂੰ 5-7 ਦਿਨ ਲੱਗੇ ਉਸ ਚੋਟੀ ਨੂੰ ਫਤਿਹ ਕਰਨ 'ਚ। ਜਦੋਂ ਇਹ ਚੋਟੀ ਫਤਿਹ ਕੀਤੀ ਮਾਊਂਟ ਐਲਬਰੂਸ ਤਾਂ ਉਸ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਅਸੀਂ ਮਾਸਕੋ ਦੇ ਗੁਰਦੁਆਰਾ ਸਾਹਿਬ 'ਚ ਜਾ ਕੇ ਅਸੀਂ ਉੱਥੇ ਰਮਾਲਾ ਸਾਹਿਬ ਵੀ ਚੜ੍ਹਾਏ। 2018 ਵਿੱਚ ਕਿਤਾਬ ਆਈ ਸੀ ਜੋ ਬੈਸਟ ਸੇਲਿੰਗ ਗਈ ਸੀਗੀ। ਮੇਰੀ ਪਹਿਲੀ ਕਿਤਾਬ ਜਿਹੜੀ ਸੀ ਇਟ ਵਾਸ ਨਿਊ ਇੰਡੀਆ ਦਾ ਰਿਐਲਿਟੀ ਰੀਲੋਡਡ। ਉਹਦੇ ਵਿੱਚ ਰਸਕਿਨ ਬੌਂਡ ਸਾਹਿਬ, ਸ਼੍ਰੀ ਰਾਜਦੀਪ ਸਰਦੇਸਾਈ ਤੇ ਸ਼ੋਭਾ ਡੇ ਮੈਮ ਨੇ ਆਪਣੇ ਰਿਵਿਊਜ਼ ਨਾਲ ਉਸ ਨੂੰ ਨਵਾਜ਼ਿਆ ਸੀ। ਦਿਸ ਇਜ਼ ਗ੍ਰਿਟ ਗਟਸ ਗਲੋਰੀ। ਇਸ ਕਿਤਾਬ ਨੂੰ ਅਸੀਂ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਕਪਿਲ ਸ਼ਰਮਾ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਮੈਂ ਕਿ ਉਹਨਾਂ ਨੇ ਮੌਕਾ ਦਿੱਤਾ ਆਪਣੇ ਸ਼ੋਅ ਦੇ ਵਿੱਚ ਬੁਲਾਉਣ ਦਾ। ਇਹ ਕਿਤਾਬ ਗੱਲ ਕਰਦੀ ਹੈਗੀ ਹੈ 1971 ਦੀ ਜੰਗ ਬਾਰੇ, ਬੈਟਲ ਆਫ ਲੌਂਗੇਵਾਲਾ ਬਾਰੇ। ਉਹ ਹਾਲਾਤ ਵੀ ਲਿਖੇ ਨੇ ਉਸ ਵਕਤ। ਇੱਕ ਕਿਤਾਬ ਵੇਲੇ ਸਨੀ ਦਿਓਲ ਵੀ ਉੱਥੇ ਮੌਜੂਦ ਸੀਗੇ। ਬਾਰਡਰ ਫਿਲਮ 'ਚ ਰੋਲ ਸਨੀ ਦਿਓਲ ਜੀ ਨੇ ਕੁਲਦੀਪ ਸਿੰਘ ਚਾਂਦਪੁਰੀ ਜੀ ਦਾ ਰੋਲ ਕੀਤਾ। ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਸੋ ਅੱਜ ਤੁਹਾਨੂੰ ਅਸੀਂ ਅਜਿਹੇ ਸ਼ਖਸ ਨਾਲ ਮਿਲਾਉਣ ਜਾ ਰਹੇ ਨੇ ਜੋ ਇੱਕ ਪੁਲਿਸ ਅਫਸਰ ਨੇ, ਰਾਈਟਰ ਨੇ, ਸਿੰਗਰ ਨੇ ਤੇ ਮਾਊਂਟੇਨਰ ਨੇ। ਸੋ ਪੰਜਾਬ ਦੇ ਇੱਕ ਇਕਲੌਤੇ ਅਫਸਰ ਨੇ ਜੋ ਰਸ਼ੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 'ਤੇ ਚੜ੍ਹੇ ਨੇ, ਜੋ ਸਮੁੰਦਰੀ ਤਲ ਤੋਂ 18,510 ਫੁੱਟ ਦੀ ਉਚਾਈ 'ਤੇ ਆ। ਸੋ ਮਿਲਾਉਂਦੇ ਹਾਂ ਤੁਹਾਨੂੰ ਗੁਰਜੋਤ ਕਲੇਰ ਜੀ ਨਾਲ। ਸੋ ਕਲੇਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਰਵੀ ਜੀ ਐਂਡ ਥੈਂਕ ਯੂ ਟੂ ਯੂ ਐਂਡ ਯੋਰ ਟੀਮ ਐਟ ਬਾਬੂ ਸ਼ਾਹੀ ਫॉर ਕਵਰਿੰਗ ਦਿਸ ਨਿਊਜ਼। ਤੇ ਬਹੁਤ ਤੁਸੀਂ ਪਿਆਰੇ ਸ਼ਬਦ ਬੋਲੇ ਤੇ ਥੈਂਕਸ ਅ ਲੋਟ। ਸਰ, ਜਿਸ ਤਰ੍ਹਾਂ ਮੈਂ ਗੱਲ ਕੀਤੀ, ਤੁਸੀਂ ਪੰਜਾਬ 'ਚੋਂ ਇਕੱਲੇ ਹੀ ਪੁਲਿਸ ਅਫਸਰ ਹੋ ਜਿਹੜੇ ਉਸ ਮੁਕਾਮ 'ਤੇ ਪਹੁੰਚੇ। ਸੋ ਕਿੰਨਾ ਕੁ ਔਖਾ ਸੀ ਉਸ ਮੁਕਾਮ ਤੱਕ ਜਾਣਾ? ਅਸੀਂ 15 ਅਗਸਤ 2023 ਨੂੰ ਇੰਡੀਆ ਦੇ ਇੰਡੀਪੈਂਡੈਂਸ ਡੇ ਦੇ ਉੱਪਰ ਅਸੀਂ ਪੰਜਾਬ ਪੁਲਿਸ ਦਾ ਫਲੈਗ, ਇੰਡੀਆ ਦਾ ਫਲੈਗ ਤਿਰੰਗਾ ਤੇ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਅਸੀਂ ਮਾਊਂਟ ਐਲਬਰੂਸ ਜਿਹੜੀ ਕਿ ਯੂਰਪ ਕੌਂਟੀਨੈਂਟ ਤੇ ਰਸ਼ੀਆ ਦੀ ਹਾਈਐਸਟ ਪੀਕ ਹੈ ਐਂਡ ਇਟ ਇਜ਼ ਵਨ ਆਫ ਦੀ ਹਾਈਐਸਟ ਪੀਕਸ ਆਫ 7 ਕੌਂਟੀਨੈਂਟਸ। ਅਸੀਂ ਉਸ 'ਤੇ ਇਹ ਤਿਰੰਗਾ ਲਹਿਰਾਇਆ ਐਂਡ ਬਹੁਤ ਮੁਸ਼ਕਿਲ ਪ੍ਰੈਪਰੇਸ਼ਨ ਸੀ। ਅਸੀਂ ਸਾਰਾ ਸਾਲ ਉਸ ਚੀਜ਼ ਦੇ ਵਿੱਚ ਅਸੀਂ ਲੱਗੇ ਰਹੇ, ਟੀਮਸ ਲੱਗੀਆਂ ਰਹੀਆਂ ਪ੍ਰੈਪਰੇਸ਼ਨ ਦੇ ਵਿੱਚ। ਤੇ ਮੈਂ ਇਹ ਚੀਜ਼ ਕਹਿਣਾ ਚਾਹੂੰਗਾ ਕਿ ਇਹ ਨਹੀਂ ਮੈਟਰ ਕਰਦਾ ਕਿ ਮੈਂ ਇਕਲੌਤਾ ਹੈਗਾ ਜਾਂ ਪਹਿਲਾ ਹੈਗਾ। ਇਟ ਇਜ਼ ਜਸਟ ਅਸੀਂ ਦਿਲ ਨਾਲ ਇਹ ਕੰਮ ਕੀਤਾ ਔਰ ਮੈਂ ਚਾਹੁੰਦਾ ਕਿ ਇਸ ਚੀਜ਼ ਨਾਲ ਲੋਕ ਇੰਸਪਾਇਰ ਹੋਣ ਐਂਡ ਉਹਨਾਂ 'ਚ ਇੱਕ ਫੀਲਿੰਗ ਆਏ ਐਂਡ ਸਪੋਰਟਸ ਦੀ ਪ੍ਰਮੋਸ਼ਨ ਹੋਏ ਇਨ ਪੰਜਾਬ। ਤੇ ਲੋਕ ਜਿਹੜੇ ਕੁਛ ਗਲਤ ਨਸ਼ਿਆਂ ਦੇ ਵਿੱਚ ਪਏ ਨੇ ਜਾਂ ਕੁਛ ਉਹ ਨੇ, ਉਹਨਾਂ ਨੂੰ ਇੱਕ ਪ੍ਰੋਤਸਾਹਨ ਕੀਤਾ ਜਾਏ, ਉਹਨਾਂ ਨੂੰ ਇੰਸਪਾਇਰ ਕੀਤਾ ਜਾਏ ਕਿ ਉਹ ਸਪੋਰਟਸ ਨੂੰ ਅਪਣਾਉਣ, ਕਿਸੇ ਵੀ ਸਪੋਰਟਸ ਨੂੰ ਐਂਡ ਮਾਊਂਟੇਨਰਿੰਗ ਇਜ਼ ਅ ਵੰਡਰਫੁਲ ਸਪੋਰਟਸ। ਠੀਕ ਹੈ, ਤੇ ਉਹਦੇ ਵਿੱਚ ਅਸੀਂ ਲਾਸਟ ਈਅਰ ਮਾਊਂਟ ਕਿਲੀਮੰਜਾਰੋ ਫਤਿਹ ਕੀਤਾ ਸੀ, ਅਫਰੀਕਾ ਦੀ ਹਾਈਐਸਟ ਪੀਕ ਨੂੰ ਕੀਤਾ ਸੀ। ਸੋ ਇਟ ਵਾਸ ਅ ਚੈਲੰਜਿੰਗ ਟਾਸਕ। ਤੇ ਆਈ ਐਮ ਥੈਂਕਫੁਲ ਟੂ CM ਸਾਹਿਬ, ਮਾਨ ਸਾਹਿਬ ਭਗਵੰਤ ਮਾਨ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਐਂਡ ਸਾਡੇ ਡਿਪਾਰਟਮੈਂਟ ਦੇ ਰਾਈਟ ਨਾਓ ਆਈ ਐਮ ਵਰਕਿੰਗ ਐਜ਼ AIG ਐਕਸਾਈਜ਼ ਟੈਕਸੇਸ਼ਨ। ਤੇ ਸਾਡੇ ਡਿਪਾਰਟਮੈਂਟ ਦੇ ਜਿਹੜੇ ਮੰਤਰੀ ਸਾਹਿਬ ਨੇ ਹਰਪਾਲ ਚੀਮਾ ਸਾਹਿਬ, ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਮੇਰੇ ਜਿਹੜੇ ਸੀਨੀਅਰ ਆਫਿਸਰਸ ਨੇ ਵਰੁਣ ਰੂਜਮ ਸਾਹਿਬ ਨੇ ਐਕਸਾਈਜ਼ ਕਮਿਸ਼ਨਰ ਸਾਹਿਬ, ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੌਕਾ ਦਿੱਤਾ, ਇਹ ਕੰਮ ਕਰਨ ਦਾ ਮੌਕਾ ਦਿੱਤਾ। ਤੁਹਾਨੂੰ ਓਪਰਚੁਨਿਟੀ ਮਿਲਣੀ ਬਹੁਤ ਜ਼ਰੂਰੀ ਹੈ। ਸੋ ਵੀ ਆਰ ਵੈਰੀ ਥੈਂਕਫੁਲ ਕਿ ਸਾਨੂੰ ਤਿਰੰਗਾ ਲਹਿਰਾਉਣ ਦਾ ਮੌਕਾ ਮਿਲਿਆ ਤੇ ਜਿਸ ਕਰਕੇ ਅਸੀਂ ਉਹ ਤਿਰੰਗਾ ਲਹਿਰਾਉਣ 'ਚ ਕਾਮਯਾਬ ਹੋਏ। ਤਿਰੰਗਾ ਲਹਿਰਾਉਣ 'ਚ ਕਾਮਯਾਬ ਹੋਏ, ਦੇਸ਼ ਦਾ ਨਾਮ ਉੱਚਾ ਕੀਤਾ। ਪੰਜਾਬ 'ਚੋਂ ਇਕੱਲੇ ਹੀ ਪੁਲਿਸ ਅਫਸਰ ਹੋ ਜੋ ਉਸ ਮੁਕਾਮ ਤੱਕ ਪਹੁੰਚੇ। ਪਰ ਉੱਥੇ ਦੇ ਅਸਲ ਹਾਲਾਤ ਕਿਵੇਂ ਦੇ ਸੀਗੇ? ਕੋਈ ਗੱਲਾਂ ਕਰਦੇ ਨੇ ਪਰ ਅਸਲ ਹਾਲਾਤ ਨੇ ਜੋ ਉਹ ਤੁਹਾਨੂੰ ਪਤਾ। ਚੈਲੰਜਿੰਗ ਸੀਗੇ, ਕਾਫੀ ਚੈਲੰਜਿੰਗ ਸੀਗੇ। ਦੁਨੀਆ ਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹਦੇ 'ਚ ਮੁਸ਼ਕਿਲਾਂ ਨਾ ਆਉਣ, ਹੈ ਨਾ। ਪਰ ਮੁਸ਼ਕਿਲਾਂ ਤੋਂ ਅੱਗੇ ਜਾ ਕੇ ਹੀ ਜਿੱਤ ਹੁੰਦੀ ਹੈ। ਇੱਕ ਕਹਾਵਤ ਹੈ ਅੰਗਰੇਜ਼ੀ ਦੀ
ਕਹਿੰਦੇ ਨੇ ਦ ਡਾਰਕੈਸਟ ਆਵਰ ਇਜ਼ ਜਸਟ ਬਿਫੋਰ ਦੀ ਡੌਨ। ਸੂਰਜ ਚੜ੍ਹਨ ਤੋਂ ਜਿਹੜਾ ਪਹਿਲਾਂ ਵਾਲਾ ਘੰਟਾ ਹੁੰਦਾ ਹੈ ਉਹ ਸਭ ਤੋਂ ਹਨੇਰੇ ਵਾਲਾ ਹੁੰਦਾ ਹੈ। ਸੋ ਚੈਲੰਜਸ ਬਹੁਤ ਸੀਗੇ, ਸਾਨੂੰ 5-7 ਦਿਨ ਲੱਗੇ ਉਸ ਚੋਟੀ ਨੂੰ ਫਤਿਹ ਕਰਨ 'ਚ। ਅਸੀਂ ਬਹੁਤ ਸਾਰੀ ਤਿਆਰੀਆਂ ਕੀਤੀਆਂ, ਉੱਥੇ ਪੈਸ਼ਨੋਵਾ ਰੌਕਸ ਨੇ, ਇੱਕ ਦੋ ਹੋਰ ਮਾਊਂਟੇਨਸ ਨੇ, ਅਸੀਂ ਆਪਣੀ ਉਹਨਾਂ 'ਤੇ ਵੀ ਟ੍ਰੇਨਿੰਗ ਕੀਤੀ। ਐਂਡ ਦੈਨ ਐਕਲੈਮੇਟਾਈਜੇਸ਼ਨ ਉਹਨੂੰ ਕਹਿੰਦੇ ਆ ਮਾਊਂਟੇਨਰਿੰਗ ਦੀ ਵਰਲਡ 'ਚ, ਉਹ ਕੀਤਾ। ਐਂਡ ਦੈਨ ਆਫ ਕੋਰਸ ਸਨੋ ਸਟੋਰਮਸ ਬਹੁਤ ਸੀਗੇ, ਲਾਈਟਨਿੰਗ ਸੀਗੀ, ਥੰਡਰ ਸਟੋਰਮ ਸੀਗੇ, ਅਤੇ ਮੁਸ਼ਕਿਲਾਂ ਤਾਂ ਕਾਫੀ ਆਉਂਦੀਆਂ ਨੇ। ਲੇਕਿਨ ਆਈ ਥਿੰਕ ਜਦੋਂ ਤੁਹਾਡੇ ਮਨ 'ਚ ਕੋਈ ਚੀਜ਼ ਹੋਵੇ, ਇੱਕ ਕਹਿੰਦੇ ਨੇ ਕਿ ਜਿਹੜੇ ਲੋਕਾਂ ਦੇ ਦਿਲ ਵਿੱਚ ਕੋਈ ਸਫ਼ਰ ਕਰਨ ਦੀ ਕੋਈ ਚਾਹ ਹੁੰਦਾ ਹੈ, ਜਿਨ੍ਹਾਂ ਦੇ ਪੈਰਾਂ ਦੇ ਵਿੱਚ ਕੋਈ ਚਾਹ ਹੁੰਦਾ ਹੈ ਕੋਈ ਸਫ਼ਰ ਤੈਅ ਕਰਨ ਦਾ, ਮੰਜ਼ਿਲਾਂ ਵੀ ਉਹਨਾਂ ਦੀ ਉਡੀਕਾਂ ਕਰਦੀਆਂ। ਸੋ ਆਈ ਐਮ ਵੈਰੀ ਥੈਂਕਫੁਲ, ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਨੂੰ ਅਤੇ ਸਾਡੀ ਟੀਮ ਨੂੰ ਇਹ ਬਲ ਬਖਸ਼ਿਆ ਅਤੇ ਸਾਨੂੰ ਇਹ ਹਿੰਮਤ ਬਖਸ਼ੀ ਕਿ ਅਸੀਂ ਉਸ ਚੋਟੀ ਨੂੰ ਫਤਿਹ ਕਰੀਏ। ਔਰ ਅਸੀਂ ਸ਼ੁਕਰਾਨੇ ਦੇ ਤੌਰ 'ਤੇ ਅਸੀਂ ਜਦੋਂ ਇਹ ਚੋਟੀ ਫਤਿਹ ਕੀਤੀ ਮਾਊਂਟ ਐਲਬਰੂਸ, ਤਾਂ ਉਸ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਅਸੀਂ ਮਾਸਕੋ ਦੇ ਗੁਰਦੁਆਰਾ ਸਾਹਿਬ 'ਚ ਜਾ ਕੇ ਅਸੀਂ ਉੱਥੇ ਰਮਾਲਾ ਸਾਹਿਬ ਵੀ ਚੜ੍ਹਾਏ, ਸ਼ੁਕਰਾਨਾ ਕੀਤਾ ਉਸ ਵਾਹਿਗੁਰੂ ਦਾ। ਐਂਡ ਦੈਨ ਸਾਨੂੰ 15 ਅਗਸਤ ਦੇ ਵਿੱਚ ਸਾਨੂੰ ਜਿਹੜੀਆਂ ਓਫੀਸ਼ੀਅਲ ਸੈਲੀਬ੍ਰੇਸ਼ਨਾਂ ਸੀਗੀਆਂ ਇੰਡੀਅਨ ਐਮਬੈਸੀ ਦੇ ਵਿੱਚ ਰਸ਼ੀਆ 'ਚ, ਤਾਂ ਉੱਥੇ ਜਿਹੜੇ ਇੰਡੀਅਨ ਐਂਬੈਸੇਡਰ ਟੂ ਰਸ਼ੀਆ ਨੇ ਸ਼੍ਰੀ ਪਵਨ ਕਪੂਰ ਸਾਹਿਬ, ਉਹਨਾਂ ਨੇ ਸਾਨੂੰ ਬੁਲਾ ਕੇ ਔਨਰ ਕੀਤਾ ਸਾਰੇ ਇੰਡੀਅਨਸ ਦੇ ਸਾਹਮਣੇ, ਸਾਨੂੰ ਮਤਲਬ ਬਹੁਤ ਜ਼ਿਆਦਾ ਸਾਡਾ ਹੌਸਲਾ ਅਫਜ਼ਾਈ ਕੀਤੀ। ਸੋ ਇਹ ਉਹਦੀ ਬਖਸ਼ਿਸ਼ ਹੈ ਅਤੇ ਜਿਹਦੇ ਕਰਕੇ ਕੰਮ ਹੋਇਆ। ਬਖਸ਼ਿਸ਼ ਹੈ ਗੁਰੂ ਦੀ, ਤੁਸੀਂ ਮਿਹਰ ਕਰ ਰਹੇ ਹੋ। ਪਰ ਕਿੱਦਾਂ ਇਹ ਮਨ 'ਚ ਆਇਆ ਕਿ ਯਾਰ ਮੈਂ ਮਾਊਂਟੇਨਰ ਵੀ ਬਣ ਸਕਦਾ? ਤੁਸੀਂ ਰਾਈਟਰ ਵੀ ਹੋ, ਸਿੰਗਰ ਵੀ ਹੋ, ਪੁਲਿਸ ਅਫਸਰ ਵੀ ਹੋ, ਪਰ ਮਾਊਂਟੇਨਰ ਬਣੇ। ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਸਾਈਡ ਹੌਬੀ ਜ਼ਰੂਰ ਹੋਣੀ ਚਾਹੀਦੀ ਹੈ, ਪੈਸ਼ਨ ਹੋਣਾ ਚਾਹੀਦਾ। ਸਪੋਰਟਸ ਮੈਨੂੰ ਹਮੇਸ਼ਾ ਤੋਂ ਪਸੰਦ ਹੈ। ਮੈਂ 2017-18 ਦੇ ਵਿੱਚ ਮੈਂ ਉੱਤਰਾਖੰਡ ਦੇ ਵਿੱਚ ਜਾ ਕੇ NIM ਨਹਿਰੂ ਇੰਸਟੀਚਿਊਟ ਆਫ ਮਾਊਂਟੇਨਰਿੰਗ ਉੱਤਰਕਾਸ਼ੀ ਦੇ ਵਿੱਚ ਜਾ ਕੇ, ਜਿਸ ਨੂੰ ਇੰਡੀਅਨ ਆਰਮੀ ਰਨ ਕਰਦੀ ਹੈ, ਉੱਥੇ ਜਾ ਕੇ ਮੈਂ ਟ੍ਰੇਨਿੰਗ ਲਿੱਤੀ ਪਹਿਲਾਂ ਮਾਊਂਟੇਨਰਿੰਗ ਦੀ। ਮੈਂ ਉੱਥੇ ਬਹੁਤ ਸਾਰਾ ਸਮਾਂ ਗੁਜ਼ਾਰਿਆ ਇੰਡੀਅਨ ਆਰਮੀ ਦੇ ਕੋਲ, ਮੈਂ ਟ੍ਰੇਨਿੰਗ ਲਿੱਤੀ। ਫਿਰ ਉਸ ਤੋਂ ਬਾਅਦ ਵਿਦ ਗੋਡਸ ਗ੍ਰੇਸ ਅਸੀਂ ਹਿਮਾਲਿਆ ਰੇਂਜਸ ਦੀਆਂ ਮਾਊਂਟੇਨਸ ਨੇ, ਮਾਛਾਧਾਰ ਰੇਂਜ, ਮਾਛਾਧਾਰ ਵਿੱਚ ਹੂਰੋ ਮਾਊਂਟੇਨ ਨੂੰ ਅਸੀਂ ਕਲਾਈਮ ਕੀਤਾ। ਦੈਨ ਫਿਰ ਛੋਟੇ ਮੋਟੇ ਟਰੈਕਸ ਕਰਦੇ ਰਹੇ, ਪ੍ਰੈਕਟਿਸ ਕਰਦੇ ਰਹੇ। ਦੈਨ ਲਾਸਟ ਈਅਰ ਅਫਰੀਕਾ ਦੇ ਈਸਟ ਅਫਰੀਕਾ ਦੇ ਵਿੱਚ ਤਨਜ਼ਾਨੀਆ ਕੰਟਰੀ 'ਚ ਅਸੀਂ ਜਾ ਕੇ ਮਾਊਂਟ ਕਿਲੀਮੰਜਾਰੋ ਫਤਿਹ ਕੀਤੀ, ਜਿਹੜੀ ਅਫਰੀਕਨ ਕੰਟੀਨੈਂਟ ਦੀ ਹਾਈਐਸਟ ਸੀਗੀ। ਸੋ ਮਾਊਂਟੇਨੀਅਰ ਬਣਨ ਦਾ ਜਿਹੜਾ ਇੱਕ ਸੁਪਨਾ ਸੀਗਾ ਹਮੇਸ਼ਾ ਤੋਂ ਸੀ। ਮੈਂ ਹਮੇਸ਼ਾ ਤੋਂ ਫੈਸੀਨੇਟਿਡ ਰਿਹਾ, ਮੈਂ ਹਮੇਸ਼ਾ ਤੋਂ, ਮੈਨੂੰ ਮਾਊਂਟੇਨਸ ਚੰਗੀਆਂ ਲੱਗੀਆਂ ਨੇ ਕਿ ਐਂਡ ਹਮੇਸ਼ਾ ਤੋਂ ਉਚਾਈਆਂ ਵੱਲ ਦੇਖਿਆ ਮੈਂ। ਸੋ ਮੇਰਾ ਮਨ 'ਚ ਹਮੇਸ਼ਾ ਰਿਹਾ ਕਿ ਉਸ ਉਚਾਈਆਂ ਨੂੰ ਫਤਿਹ ਕੀਤਾ ਜਾਵੇ, ਆਪਣੇ ਦੇਸ਼ ਦਾ ਤਿਰੰਗਾ ਲਾਇਆ ਜਾਵੇ, ਉਸ ਗੁਰੂ ਦਾ ਨਿਸ਼ਾਨ ਸਾਹਿਬ ਨੂੰ ਪਲਾਂਟ ਕੀਤਾ ਜਾਵੇ। ਐਂਡ ਅਸੀਂ ਅਫਰੀਕਾ ਦੇ ਵਿੱਚ ਵੀ ਪਰਮਾਤਮਾ ਦੇ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਪਲਾਂਟ ਕੀਤਾ ਸੀ। ਹਾਂਜੀ, ਅਫਰੀਕਾ 'ਚ ਵੀ ਕੀਤਾ, ਰਸ਼ੀਆ 'ਚ ਵੀ ਕੀਤਾ ਜੀ, ਦੋਨੋਂ ਜਗ੍ਹਾ ਕੀਤਾ ਜੀ। ਸੋ ਨਾਲੇ ਆਪਾਂ ਥੋੜੀ ਗੱਲ ਹੋਰ ਕਰਦੇ ਹਾਂ। ਤੁਸੀਂ ਰਾਈਟਰ ਵੀ ਹੋ। 2018 ਦੇ ਵਿੱਚ ਕਿਤਾਬ ਆਈ ਸੀ ਜੋ ਬੈਸਟ ਸੇਲਿੰਗ ਗਈ ਸੀਗੀ, ਉਹ ਕਿਤਾਬ? ਰਵੀ ਜੀ, ਉਹ ਮੈਂ ਲਿਖਦਾ ਤਾਂ ਬਹੁਤ ਦੇਰ ਤੋਂ ਰਿਹਾ। ਮੈਂ ਇਨਫੈਕਟ ਆਪਣੀ ਤਾਲੀਮ ਦੇ ਨਾਲ ਨਾਲ ਮੈਂ PG ਡਿਪਲੋਮਾ ਇਨ ਜਰਨਲਿਜ਼ਮ ਵੀ ਕੀਤਾ ਹੋਇਆ ਜੀ। ਸੋ ਆਈ ਹੈਵ ਡਨ ਮਾਸਟਰਸ ਇਨ ਬਿਲਕੁਲ ਜੁੜਿਆ ਹੋਇਆ ਜੀ। ਆਈ ਹੈਵ ਡਨ ਮਾਈ ਮਾਸਟਰਸ ਇਨ ਸਾਈਕੋਲੋਜੀ, ਫਿਰ ਮੈਂ ਮਾਸਟਰਸ ਇਨ ਪੁਲਿਸ ਐਡਮਿਨਿਸਟ੍ਰੇਸ਼ਨ ਕੀਤੀ ਹੈ। ਫਿਰ ਮੈਂ ਇੰਗਲੈਂਡ ਤੋਂ ਜਾ ਕੇ ਆਈ ਹੈਵ ਡਨ ਮਾਈ MSc ਇਨ ਇੰਟਰਨੈਸ਼ਨਲ ਡਿਵੈਲਪਮੈਂਟ ਐਂਡ ਸਿਕਿਉਰਿਟੀ। ਅਤੇ ਉਸ ਤੋਂ ਮੈਂ ਲਿਖਦਾ ਰਿਹਾ ਹਮੇਸ਼ਾ ਤੋਂ। ਮੈਂ ਸਕੂਲ ਟਾਈਮ, ਕਾਲਜ ਟਾਈਮ ਤੋਂ ਲਿਖਦਾ ਰਿਹਾ। ਅਤੇ ਮੇਰੀ ਪਹਿਲੀ ਕਿਤਾਬ ਜਿਹੜੀ ਸੀ, ਇਟ ਵਾਜ਼ ਨਿਊ ਇੰਡੀਆ ਦ ਰਿਐਲਿਟੀ ਰੀਲੋਡਡ। ਉਹਦੇ ਵਿੱਚ ਰਸਕਿਨ ਬੌਂਡ ਸਾਹਿਬ, ਸ਼੍ਰੀ ਰਾਜਦੀਪ ਸਰਦੇਸਾਈ ਅਤੇ ਸ਼ੋਭਾ ਡੇ ਮੈਮ ਨੇ ਆਪਣੇ ਰਿਵਿਊਜ਼ ਨਾਲ ਉਸ ਨੂੰ ਨਵਾਜ਼ਿਆ ਸੀ। ਅਤੇ ਉਹ ਕਿਤਾਬ ਦੇ ਵਿੱਚ ਮੈਂ 40 ਮੁੱਦਿਆਂ ਦੀ ਗੱਲ ਕੀਤੀ ਸੀ ਇਸ ਦੇਸ਼ ਦੇ ਬਾਰੇ, ਕਿ ਉਸ ਚੀਜ਼ ਬਾਰੇ ਇੱਕ ਸਿਟੀਜ਼ਨ ਨੂੰ ਪਤਾ ਹੋਣਾ ਚਾਹੀਦਾ ਕਿ ਮੁੱਦੇ ਕੀ ਨੇ, ਪ੍ਰੋਬਲਮਸ ਕੀ ਨੇ ਕੰਟਰੀ ਦੀਆਂ। ਸੋਲਿਊਸ਼ਨਸ ਸਾਡੇ ਕੋਲ ਹੋਣ ਨਾ ਹੋਣ, ਲੇਕਿਨ ਪ੍ਰੋਬਲਮਸ ਬਾਰੇ ਜਾਣਕਾਰੀ ਜ਼ਰੂਰ ਹੋਏ, ਕਿਉਂਕਿ ਜੇ ਸਾਨੂੰ ਪ੍ਰੋਬਲਮਸ ਹੀ ਨਹੀਂ ਪਤਾ ਤਾਂ ਅਸੀਂ ਸੋਲਿਊਸ਼ਨਸ 'ਤੇ ਕਿੱਦਾਂ ਪਹੁੰਚਾਂਗੇ। ਸੋ ਆਈ ਟਾਕਡ ਅਬਾਊਟ ਦੈਟ ਅਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਅਤੇ ਉਸ ਕਿਤਾਬ ਨੇ ਬਹੁਤ ਨਵਾਜ਼ਿਆ ਮੈਨੂੰ, ਅਤੇ ਉਸ ਕਿਤਾਬ ਨੇ ਬਹੁਤ ਜ਼ਿਆਦਾ ਪੋਪੂਲੈਰਿਟੀ ਗੇਨ ਕੀਤੀ। ਅਤੇ ਹੁਣ ਮੈਂ ਜਾ ਕੇ ਆਈ ਹੈਵ ਰਿਲੀਜ਼ਡ ਮਾਈ ਸੈਕਿੰਡ ਬੁੱਕ ਨਾਓ ਆਫਟਰ 2018, ਯਾਨੀ ਕਿ 5 ਸਾਲ ਬਾਅਦ ਮੈਂ ਦੂਸਰੀ ਕਿਤਾਬ ਲੈ ਕੇ ਆਇਆ। ਆਪਾਂ ਉਸ 'ਤੇ ਵੇਖਦੇ ਤੁਸੀਂ ਦੂਸਰੀ ਕਿਤਾਬ ਲਿਆਂਦੀ। ਆਪਾਂ ਚਾਹੁੰਦੇ ਕਿ ਦਰਸ਼ਕਾਂ ਨੂੰ ਇਹ ਵੀ ਪਤਾ ਲੱਗੇ ਕਿ ਇਹ ਕਿਤਾਬ ਆ ਜੋ ਬਿਲਕੁਲ ਜੋ ਉਸ ਵਾਰ 'ਤੇ ਲਿਖੀ ਗਈ ਆ। ਕਪਿਲ ਸ਼ਰਮਾ ਸ਼ੋਅ 'ਚ ਰਿਲੀਜ਼ ਹੋਈ ਸੀ, ਉੱਥੇ ਵੀ ਤੁਸੀਂ ਇਕੱਲੇ ਪੁਲਿਸ ਵਾਲੇ ਜੋ ਪਹੁੰਚੇ ਸੀ। ਦੇਖੋ, ਮੈਂ ਇਹ ਕਹੂੰਗਾ ਕਿ ਮੇਰੇ ਪੇਰੈਂਟਸ ਦੀਆਂ ਬਲੈਸਿੰਗਸ ਨੇ, ਜਿਹਦੇ ਕਰਕੇ ਕਿ ਹੈਗਾ। ਸੋ ਇਹ ਜਿਹੜੀ ਕਿਤਾਬ ਹੈ, ਦਿਸ ਇਜ਼ ਗ੍ਰਿਟ ਗਟਸ ਗਲੋਰੀ। ਇਸ ਕਿਤਾਬ ਨੂੰ ਅਸੀਂ ਕਪਿਲ ਸ਼ਰਮਾ ਸ਼ੋਅ ਦੇ ਵਿੱਚ, ਕਪਿਲ ਸ਼ਰਮਾ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਮੈਂ ਕਿ ਉਹਨਾਂ ਨੇ ਮੌਕਾ ਦਿੱਤਾ ਆਪਣੇ ਸ਼ੋਅ ਦੇ ਵਿੱਚ ਬੁਲਾਉਣ ਦਾ। ਐਂਡ ਆਈ ਵਿਲ ਬੀ ਇਟਰਨਲੀ ਗ੍ਰੇਟਫੁਲ ਟੂ ਹਿਮ ਫੋਰ ਐਵਰ ਕਿ ਉਹਨਾਂ ਨੇ ਇਸ ਕਿਤਾਬ ਦਾ ਵਿਮੋਚਨ ਉੱਥੇ ਕੀਤਾ। ਅਤੇ ਇਹ ਕਿਤਾਬ ਗੱਲ ਕਰਦੀ ਹੈਗੀ ਹੈ 1971 ਦੀ ਜੰਗ ਬਾਰੇ, ਬੈਟਲ ਆਫ ਲੌਂਗੇਵਾਲਾ ਬਾਰੇ, ਜਿਹੜੀ ਕਿ ਰਾਜਸਥਾਨ ਦੇ ਸੈਕਟਰ 'ਚ ਹੋਈ, ਜਿਸ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਸਾਹਿਬ ਨੇ ਆਪਣੀ ਬੜੀ ਰੂਹ ਦੇ ਨਾਲ
ਇਸ ਜੰਗ ਦੇ ਵਿੱਚ ਸਾਨੂੰ ਜਿੱਤ ਦਿਲਾਈ। ਤੇ ਐਂਡ ਇਸ ਕਿਤਾਬ ਦੇ ਵਿੱਚ ਉਹਨਾਂ ਦੀ ਜਰਨੀ ਬਾਰੇ ਹੈ, ਹਾਊ ਦੀ ਜਰਨੀ ਵੈਂਟ, ਹਾਊ ਦੀ ਜਰਨੀ ਸਟਾਰਟਡ, ਇਟ ਇਜ਼ ਅਬਾਊਟ ਦੈਟ। ਤੁਸੀਂ ਉਹ ਹਾਲਾਤ ਵੀ ਲਿਖੇ ਨੇ ਉਸ ਵਕਤ, ਇੱਕ ਕਿਤਾਬ ਵੇਲੇ ਸਨੀ ਦਿਓਲ ਵੀ ਉੱਥੇ ਮੌਜੂਦ ਸੀਗੇ। ਹਾਂਜੀ, ਸਨੀ ਦਿਓਲ ਸਾਹਿਬ ਵੀ ਉਦੋਂ ਮੌਜੂਦ ਸੀ, ਤੇ ਕਿਉਂਕਿ ਉਹਨਾਂ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦਾ ਜਿਹੜਾ ਬਾਰਡਰ ਫਿਲਮ 'ਚ ਰੋਲ, ਸਨੀ ਦਿਓਲ ਜੀ ਨੇ ਕੁਲਦੀਪ ਸਿੰਘ ਚਾਂਦਪੁਰੀ ਜੀ ਦਾ ਰੋਲ ਕੀਤਾ, ਸੋ ਹੀ ਵਾਜ਼ ਆਲਸੋ ਦੇਅਰ। ਤਾਂ ਉਹ ਵੀ ਸੀਗੇ, ਤਾਂ ਇਸ ਕਰਕੇ ਬੜਾ ਅੱਛਾ ਲੱਗਿਆ ਕਿ ਉਹਨਾਂ ਨੇ ਕਿਤਾਬ ਨੂੰ ਸਰਾਹਾਇਆ। ਐਂਡ ਇਸ ਕਿਤਾਬ ਨੂੰ ਅਸੀਂ ਬਹੁਤ ਪਿਆਰ ਮਿਲ ਰਿਹਾ ਇਸ ਕਿਤਾਬ ਨੂੰ, ਔਰ ਇਸ ਕਿਤਾਬ ਦੇ ਨਾਲ ਅਸੀਂ ਗੱਲ ਕੀਤੀ ਹੈ ਇੰਡੀਅਨ ਆਰਮੀ ਬਾਰੇ, ਉਸ ਦੀਆਂ ਵੈਲਿਊਜ਼ ਬਾਰੇ, ਤੇ ਆਈ ਐਮ ਵੈਰੀ ਔਨਰਡ ਕਿ ਬੈਟਲ ਆਫ ਲੌਂਗੇਵਾਲਾ ਬਾਰੇ ਹੈ। ਇਹ ਕਿਤਾਬ ਇਸ ਵੇਲੇ ਐਮਾਜ਼ੋਨ ਦੇ ਉੱਪਰ, ਫਲਿੱਪਕਾਰਟ ਦੇ ਉੱਪਰ ਐਂਡ ਦੁਨੀਆ ਦੇ ਹਰ ਬੁੱਕ ਸਟੋਰ 'ਤੇ ਇਹ ਕਿਤਾਬ ਅਵੇਲੇਬਲ ਹੈ। ਤੇ ਆਈ ਰੀਅਲੀ ਹੋਪ ਕਿ ਜਿਹੜੀ ਆਡੀਅנס ਹੈ ਸਾਡੀ, ਉਸ ਕਿਤਾਬ ਨੂੰ ਜ਼ਰੂਰ ਪੜ੍ਹੇ ਐਂਡ ਇਸ ਨੂੰ ਆਪਣਾ ਪਿਆਰ ਦੇ, ਗ੍ਰਿਟ ਗਟਸ ਗਲੋਰੀ ਨੂੰ। ਇਸ ਕਿਤਾਬ ਨੂੰ ਪੜ੍ਹੇ, ਬਿਲਕੁਲ ਜਿਵੇਂ ਪਹਿਲਾਂ ਤੁਹਾਡੀ ਕਵਾਤ ਆ ਬਹੁਤ ਮਕਬੂਲ ਹੋਈ ਹੈ, ਵੀ ਮਕਬੂਲ ਹੋਏਗੀ। ਸੋ ਗੱਲ ਕਰਦੇ ਹਾਂ ਥੋੜ੍ਹੀ ਹੋਰ ਸਰ, ਤੁਸੀਂ ਲਿਖਦੇ ਵੀ ਹੋ, ਲੰਮਾ ਸਮਾਂ ਹੋ ਗਿਆ ਲਿਖਦੇ ਨੂੰ, ਪਰ ਤੁਹਾਡੀ ਪਹਿਲੀ ਕਿਤਾਬ 2018 ਦੇ ਵਿੱਚ ਆਈ ਸੀ, ਪਰ ਇੰਨਾ ਲੰਮਾ ਸਮਾਂ ਤੁਸੀਂ ਕੀ ਲਿਖਦੇ ਰਹੇ? ਇੰਨੇ ਲੰਬੇ ਸਮੇਂ ਦੇ ਵਿੱਚ ਮੈਂ ਆਰਟੀਕਲਸ ਲਿਖਦਾ ਰਿਹਾ, ਸੋਸ਼ਲ ਇਸ਼ੂਜ਼ 'ਤੇ ਲਿਖਦਾ ਰਿਹਾ, ਸਾਈਬਰ ਇਸ਼ੂਜ਼ 'ਤੇ ਲਿਖਦਾ ਰਿਹਾ, ਬਿਕੋਜ਼ ਤੁਸੀਂ ਜਦੋਂ ਬੁੱਕ ਲਿਖਦੇ ਆ ਤਾਂ ਤੁਹਾਨੂੰ ਬਹੁਤ ਰਿਸਰਚ ਕਰਨੀ ਪੈਂਦੀ ਹੈ, ਉਸ ਰਿਸਰਚ ਦੇ ਵਿੱਚ ਟਾਈਮ ਬਹੁਤ ਲੱਗਦਾ ਹੈ। ਸੋ ਇਸ ਕਿਤਾਬ ਨੂੰ ਲਿਖਣ ਦੇ ਵਿੱਚ 4-4.5 ਸਾਲ ਲੱਗੇ ਮੈਨੂੰ। ਐਂਡ ਦੈਨ ਮੇਰੀਆਂ ਮੀਟਿੰਗਸ ਹੋਈਆਂ ਵਿਦ ਡਿਫਰੈਂਟ ਆਰਮੀ ਆਫੀਸਰਸ। ਮੈਂ ਲੌਂਗੇਵਾਲਾ ਦੀ ਧਰਤੀ 'ਤੇ ਗਿਆ, ਮੈਂ ਜੈਸਲਮੇਰ ਗਿਆ, ਮੈਂ ਹਰ ਜਗ੍ਹਾ ਗਿਆ। ਸੋ ਉੱਥੇ ਜਾ ਕੇ ਮੈਂ ਹੌਲੀ ਹੌਲੀ ਉਸ ਚੀਜ਼ ਨੂੰ ਸਿੱਖਿਆ, ਜਿਸਨੂੰ ਮੈਂ ਨੋਟ ਕੀਤਾ, ਤੇ ਦੈਨ ਫਿਰ ਮੈਂ ਇਸ ਕੰਪਾਈਲ ਕੀਤਾ। ਇਸ ਕਿਤਾਬ ਦੇ 9 ਚੈਪਟਰਸ ਨੇ, ਐਂਡ 9 ਚੈਪਟਰਸ ਦੇ ਵਿੱਚ ਵੀ ਹੈਵ ਟਾਕਡ ਫਰੋਮ ਦੀ ਜਰਨੀ ਆਫ ਕੁਲਦੀਪ ਚਾਂਦਪੁਰੀ ਜੀ, ਫਰੋਮ ਪਾਕਿਸਤਾਨ ਟੂ ਦੀ ਵਾਰ, ਬਾਰਡਰ ਫਿਲਮ ਬਾਰੇ ਵੀ ਗੱਲ ਹੋਈ ਹੈ, ਲਾਈਫ ਆਫਟਰ ਲੌਂਗੇਵਾਲਾ ਵੀ ਗੱਲ ਹੋਈ ਹੈ, ਐਂਡ ਬਹੁਤ ਸਾਰੇ ਇਸ਼ੂਜ਼ 'ਤੇ ਗੱਲ ਹੋਈ ਹੈ। ਐਂਡ ਆਈ ਥਿੰਕ ਦਿਸ ਇਜ਼ ਵਨ ਆਫ ਦ ਫਿਊ ਬੁੱਕਸ ਔਨ ਦੀ ਬੈਟਲ ਆਫ ਲੌਂਗੇਵਾਲਾ। ਸੋ ਇੱਕ ਫਿਲਮ ਆਈ ਸੀ ਬਾਰਡਰ, ਉਹ ਫਿਲਮ ਦੀ ਜੋ ਅਸਲ ਕਹਾਣੀ ਆ, ਉਹਨਾਂ ਹਾਲਾਤਾਂ ਦੀ ਉਹ ਬਿਆਨ ਕਰਦੀ ਹੈ ਕਿਤਾਬ। ਐਕਚੁਅਲੀ ਜਿਹੜੀ ਮੂਵੀ ਬਾਰਡਰ ਸੀ, ਉਹ ਮੇਰੀ ਵਨ ਆਫ ਦੀ ਫੇਵਰੇਟ ਮੂਵੀਜ਼ ਹੈ। JP ਦੱਤਾ ਸਾਹਿਬ ਨੇ ਬਹੁਤ ਪਿਆਰੀ ਫਿਲਮ ਬਣਾਈ ਹੈ, ਬਹੁਤ ਸਾਰੇ ਕਲਾਕਾਰਾਂ ਨੇ ਬਹੁਤ ਸੋਹਣਾ ਪਰਫਾਰਮੈਂਸ ਦਿੱਤਾ ਹੈ। ਸੋ ਮੂਵੀ ਦੇ ਵਿੱਚ ਬਹੁਤ ਸਾਰੇ ਸਾਨੂੰ ਸਿਨੇਮੈਟਿਕ ਲਿਬਰਟੀਜ਼ ਲੈਣੀਆਂ ਪੈਂਦੀਆਂ। ਮੂਵੀ ਦੇ ਵਿੱਚ ਸਾਨੂੰ ਦਿਖਾਉਣਾ ਪੈਂਦਾ, ਜਿਸ ਤਰ੍ਹਾਂ ਬਾਰਡਰ ਫਿਲਮ ਦੇ ਵਿੱਚ 1997 'ਚ ਰਿਲੀਜ਼ ਹੋਈ, ਅਤੇ ਬਾਰਡਰ ਫਿਲਮ ਦੇ ਵਿੱਚ ਦਿਖਾਇਆ ਗਿਆ ਹੈਗਾ ਕਿ ਬਹੁਤ ਸਾਰੇ ਸੋਲਜਰਸ ਸ਼ਹੀਦ ਹੋ ਜਾਂਦੇ ਹੈ, ਜਿਸ ਤਰ੍ਹਾਂ ਭਾਨ ਪ੍ਰਤਾਪ ਸਿੰਘ, ਜਿਵੇਂ ਸੁਨੀਲ ਸ਼ੈੱਟੀ ਜੀ ਦਾ ਸੀਗੇ, ਅਕਸ਼ੇ ਖੰਨਾ ਜੀ, ਉਹ ਸ਼ਹੀਦ ਹੋ ਜਾਂਦੇ ਹੈ। ਬਟ ਇਨ ਰੀਅਲ ਲਾਈਫ ਅਸਲੀ ਬੈਟਲ ਆਫ ਲੌਂਗੇਵਾਲਾ ਦੇ ਵਿੱਚ ਇੰਡੀਅਨ ਆਰਮੀ ਦੇ 120 ਜਵਾਨਾਂ 'ਚੋਂ ਸਿਰਫ 2 ਜਵਾਨ ਸ਼ਹੀਦ ਹੋਏ ਸੀਗੇ ਜੀ। ਸੋ ਮੈਂ ਇਸ ਕਿਤਾਬ ਦੇ ਵਿੱਚ ਇੱਕ ਟਰੁਥਫੁਲ ਅਕਾਊਂਟ, ਜੋ ਕਿ ਕੁਲਦੀਪ ਸਿੰਘ ਚਾਂਦਪੁਰੀ ਸਾਹਿਬ ਨੇ ਮੈਨੂੰ ਆਪਣੀ ਜ਼ੁਬਾਨੀ ਦੱਸਿਆ, ਫਰੋਮ ਦੀ ਹਾਰਸਿਸ ਮਾਊਥ, ਫਰੋਮ ਦਾ ਹੀਰੋ ਆਫ ਲੌਂਗੇਵਾਲਾ, ਉਸ ਚੀਜ਼ ਦਾ ਮੈਂ ਜ਼ਿਕਰ ਕੀਤਾ। ਆਈ ਹੈਵ ਆਲਸੋ ਟਾਕਡ ਆਫ ਦਾ ਰੋਲ ਆਫ ਏਅਰ ਫੋਰਸ ਦਾ ਕੀ ਰੋਲ ਸੀਗਾ, ਆਰਮੀ ਦਾ ਕੀ ਰੋਲ ਸੀਗਾ। ਸੋ ਇੱਕ ਕਿਤਾਬ ਇੱਕ ਆਥੈਂਟਿਕ ਸਟੱਡੀ ਹੈ। ਫਿਲਮ ਦੇ ਵਿੱਚ ਜਦੋਂ ਆਪਾਂ ਫਿਲਮ ਦੇਖਦੇ ਨਾ, ਉਹ ਲਿਖ ਦਿੰਦੇ ਨੇ ਕਿ ਕਿ ਆਲ ਕਰੈਕਟਰਸ ਆਰ ਫਿਕਸ਼ਨਲ, ਸਾਰਾ ਕੁਝ, ਬਟ ਅ ਬੁੱਕ ਇਜ਼ ਨਾਟ ਫਿਕਸ਼ਨਲ, ਇਹ ਨਾਨ ਫਿਕਸ਼ਨ ਹੈ, ਐਂਡ ਇਹਦੇ ਵਿੱਚ ਹਰ ਰੀਅਲ ਅਕਾਊਂਟ ਨੂੰ ਡਿਸਕਸ ਕੀਤਾ ਗਿਆ ਹੈ। ਸੋ ਦਿਸ ਬੁੱਕ ਇਜ਼ ਵੈਰੀ ਡਿਫਰੈਂਟ ਫਰੋਮ ਮੂਵੀ ਬਾਰਡਰ। ਬਿਲਕੁਲ ਸਰ, ਦੇਖਿਆ ਤਾਂ ਤੁਸੀਂ ਰਾਈਟਰ ਵੀ ਹੋ, ਮਾਊਂਟੇਨੀਅਰ ਵੀ ਹੋ, ਸਿੰਗਰ ਵੀ ਹੋ। ਮੈਂ ਚਾਹੁੰਦਾ ਕੁਛ ਉਹ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਪੁਲਿਸ ਦੇ ਇੱਕ ਅਜਿਹੇ ਅਫਸਰ ਨੇ ਜੋ ਅਲੱਗ-ਅਲੱਗ ਕਿਤੇ। ਦੇਖੋ, ਮੈਂ ਇਹ ਕਹਿੰਦਾ ਕਿ ਜਿਹੜਾ ਸੰਗੀਤ ਹੈ, ਸੰਗੀਤ ਇੱਕ ਬਹੁਤ ਅੱਛੀ ਚੀਜ਼ ਹੈ। ਸੰਗੀਤ ਆਪਣੇ ਆਪ 'ਚ ਬੈਡ ਨਹੀਂ ਹੈ। ਸੰਗੀਤ ਦਾ ਕਈ ਵਾਰ ਦੁਰਉਪਯੋਗ ਹੋ ਕੇ ਉਹ ਬੈਡ ਬਣ ਜਾਂਦਾ ਹੈ। ਸੰਗੀਤ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਉੱਥੇ ਸ਼ਬਦ ਹੁੰਦੇ ਹੈ, ਆਪਾਂ ਮਸਜਿਦ ਜਾਂਦੇ ਹਾਂ, ਅਜ਼ਾਨ ਹੁੰਦੀ ਹੈ, ਮੰਦਿਰ ਜਾਂਦੇ ਹਾਂ, ਉੱਥੇ ਬਹੁਤ ਸਾਰੇ ਉੱਥੇ ਵੀ ਸ਼ਲੋਕ ਹੁੰਦੇ ਹੈ, ਗੀਤਾ ਪੜ੍ਹੀ ਜਾਂਦੀ ਹੈ, ਉੱਥੇ ਚਰਚ ਵਿੱਚ ਜਾਂਦੇ ਹਾਂ, ਕ੍ਰਿਸਮਸ ਕੈਰਲਸ ਹੁੰਦੀਆਂ ਨੇ, ਹੈ ਨਾ, ਕੈਰਲਸ ਹੁੰਦੀਆਂ ਨੇ। ਸੋ ਆਈ ਵੁੱਡ ਸੇ ਕਿ ਜਿਹੜੀ ਸੰਗੀਤ ਦੇਵੀ ਦੇਵਤਿਆਂ ਦੀ ਇੱਕ ਕਲਾ ਹੈ, ਸ਼੍ਰੀ ਕ੍ਰਿਸ਼ਨ ਜੀ ਸੁਣਾਈ ਕਰਦੇ ਸੀ, ਬਾਬੇ ਨਾਨਕ ਨਾਲ ਰਾਗੀ ਚੱਲਦੇ ਸੀਗੇ। ਸੋ ਆਈ ਵੁੱਡ ਸੇ ਕਿ ਸੰਗੀਤ ਨਾਲ ਮੇਰਾ ਸਨੇਹ ਜ਼ਰੂਰ ਹੈਗਾ, ਔਰ ਮੈਂ ਕਾਫੀ ਗਾਣੇ ਵੀ ਕੀਤੇ ਹੈ, ਔਰ ਉਹਦੇ ਵਿੱਚੋਂ ਲੇਕਿਨ ਜਿਹੜੇ ਗਾਣੇ ਕੀਤੇ ਹੈ ਰਵੀ ਜੀ, ਉਹਨਾਂ ਦੇ ਵਿੱਚੋਂ ਇੱਕ ਨਸੀਹਤ ਵਾਲੇ ਗਾਣੇ ਹੀ ਜ਼ਿਆਦਾ ਕੀਤੇ ਹੈ। ਮੈਂ ਫਾਰਮਰਸ ਉੱਪਰ ਗੱਲ ਕੀਤੀ ਹੈ। ਦਿਲ ਸੇ ਸਲਾਮ ਗਾਣੇ ਦੇ ਵਿੱਚ ਮੈਂ ਇੰਡੀਅਨ ਆਰਮੀ ਦੇ ਪੁਲਵਾਮਾ ਦੇ ਸ਼ਹੀਦਾਂ ਨੂੰ ਮੈਂ ਇੱਕ ਸ਼ਰਧਾਂਜਲੀ ਦਿੱਤੀ ਹੈ। ਬੰਦਿਆ ਗਾਣੇ ਦੇ ਵਿੱਚ ਮੈਂ ਗੱਲ ਕੀਤੀ ਹੈ ਆਪਣੇ ਓਲਡ ਮਾਤਾ ਪਿਤਾ ਨੂੰ, ਉਹਨਾਂ ਦੀ ਕੇਅਰ ਕਰਨ ਦੀ ਗੱਲ ਕੀਤੀ ਹੈ ਕਿ ਕਿ ਤੁਹਾਡੀ ਸਾਰੀ ਉਮਰ ਤੁਹਾਡੀ ਸੇਵਾ ਕਰਦੇ, ਐਂਡ 'ਚ ਉਹਨਾਂ ਦੀ ਸੇਵਾ ਕਰਨ ਦੀ ਗੱਲ ਕੀਤੀ ਹੈ। ਸੋ ਸੰਗੀਤ ਇੱਕ ਅੱਛੀ ਚੀਜ਼ ਹੈ, ਮੈਨੂੰ ਪਸੰਦ ਹੈ ਸੰਗੀਤ, ਐਂਡ ਅੱਛਾ ਲੱਗਦਾ ਮੈਨੂੰ। ਸੰਗੀਤ ਅੱਛਾ ਲੱਗਦਾ। ਤੇ ਤੁਸੀਂ ਪੁਲਿਸ ਅਫਸਰ ਹੋ, 2012 ਦੇ ਵਿੱਚ ਸਿਲੈਕਟ ਹੋਏ ਸੀਗੇ। ਸੋ ਇਹ 'ਚ ਕਿੰਨਾ ਕੁ ਔਖਾ ਲੱਗਿਆ ਵੀ ਸਿਲੈਕਟ ਹੋਣ ਲਈ? ਬਿਲਕੁਲ ਨਾਲ ਰਾਈਟਰ ਵੀ ਚੱਲਦੇ ਰਹੇ, ਸੰਗੀਤ ਵੀ ਤੁਸੀਂ ਕਰ ਰਹੇ ਹੋ। ਦੇਖੋ, ਆਈ ਵੁੱਡ ਸੇ ਕਿ ਸਫਲਤਾ ਦਾ ਜਿਹੜਾ ਚਿਰਾਗ ਹੈ ਉਹ ਸਿਰਫ ਮਿਹਨਤ ਨਾਲ ਹੀ ਜਗਦਾ ਹੈ।
ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਸਾਨੂੰ ਜ਼ਰੂਰੀ ਹੈ। ਇਹਦੇ ਵਿੱਚ ਕੋਈ ਮੈਜਿਕ ਪੋਸ਼ਨ ਨਹੀਂ ਹੈਗਾ, ਇਹਦੇ ਵਿੱਚ ਕੋਈ ਵੀ ਕੋਈ ਸ਼ਾਰਟਕਟ ਨਹੀਂ ਹੈਗਾ। ਤੁਹਾਨੂੰ ਮਿਹਨਤ ਕਰਨੀ ਪਏਗੀ। ਜਿੰਨੇ ਤੁਸੀਂ ਚਾਹ ਦੇ ਵਿੱਚ ਮਿੱਠਾ ਪਾਓਗੇ ਉਨੀ ਮਿੱਠੀ ਹੋ ਜਾਏਗੀ। ਸੋ ਜਿੰਨਾ ਤੁਸੀਂ ਜ਼ਿੰਦਗੀ ਦੇ ਵਿੱਚ ਮਿਹਨਤ ਕਰੋਗੇ ਤੁਹਾਡੀ ਜ਼ਿੰਦਗੀ ਉਨੀ ਮਿੱਠੀ ਹੋ ਜਾਏਗੀ। ਠੀਕ ਹੈ। ਸੋ ਮੈਂ ਹਾਲੇ ਵੀ ਇਹ ਕਹਿਣਾ ਕਿ ਮੈਂ ਕਦੇ ਆਪਣੇ ਪੁਰਾਣੇ ਲੌਰਲਸ ਉੱਪਰ ਰੈਸਟ ਨਹੀਂ ਕੀਤਾ ਤੇ ਆਈ ਹੈਵ ਆਲਵੇਜ਼ ਟਰਾਈ ਟੂ ਵਰਕ ਹਾਰਡ ਇਨ ਦ ਜਰਨੀ ਆਫ ਲਾਈਫ। ਇੱਕ ਜਰਨੀ ਹੈ, ਜ਼ਿੰਦਗੀ ਇੱਕ ਜਰਨੀ ਹੈ। ਸੋ ਮੈਂ ਮਿਹਨਤ ਕਰਨ ਦੀ ਕੋਸ਼ਿਸ਼ ਕਰਦਾ ਕਿ ਐਂਡ ਉਹ ਮਿਹਨਤ ਪ੍ਰਮਾਤਮਾ ਨੂੰ ਰੰਗ ਲਾ ਦਿੰਦਾ ਹੈ। ਸੋ ਆਪਣੇ ਹੱਥ 'ਚ ਮਿਹਨਤ ਕਰਨਾ ਐਜ਼ ਇਨਸਾਨ ਹੈ ਨਾ, ਤੇ ਉਸ ਨੂੰ ਨਵਾਜ਼ੇ ਪ੍ਰਮਾਤਮਾ ਨਵਾਜ਼ ਦਿੰਦਾ ਤਾਂ ਚੰਗਾ ਲੱਗਦਾ। ਪਰਮਾਤਮਾ ਨਵਾਜ਼ ਦਿੰਦਾ ਚੰਗਾ ਲੱਗਦਾ। ਪਰ ਤੁਹਾਡੀ ਮਿਹਨਤ ਨੂੰ ਸਲਾਮ ਆ ਜੀ। ਗੱਲ ਕਰਦੇ ਹਾਂ ਥੋੜ੍ਹਾ ਜਿਹਾ ਆਪਾਂ ਦੂਸਰੇ ਪਾਸੇ ਨੂੰ ਕਰਦੇ ਹਾਂ। ਅਵਾਰਡ ਮਿਲੇ ਤੁਹਾਨੂੰ, ਇੱਕ ਅਵਾਰਡ ਦਾ ਆਪਾਂ ਇੱਥੇ ਵੀ ਜ਼ਿਕਰ ਕਰ ਰਹੇ ਸੀਗੇ। ਤੁਸੀਂ ਬਹੁਤ ਮਿਹਨਤ ਕੀਤੀ ਸੀ ਕਰੋਨਾ ਦੌਰਾਨ ਵੀ, ਸੋ ਉਹਨੂੰ ਚੱਲਦੇ ਹੋਏ ਮਿਲਿਆ। ਕਰੋਨਾ ਦੌਰਾਨ ਤੁਸੀਂ ਆਮ ਲੋਕਾਂ ਦੀ ਹੈਲਪ ਕੀਤੀ, ਕਈਆਂ ਨੂੰ ਘਰਾਂ ਤੋਂ ਆਉਣ ਦੀ ਕੋਈ ਪ੍ਰੋਬਲਮ ਹੁੰਦੀ ਸੀ, ਗੱਡੀਆਂ ਦਾ ਉਹਨਾਂ ਲਈ ਬੰਦੋਬਸਤ ਕੀਤਾ ਜੀ। ਰਵੀ ਜੀ, ਉਹ ਤਾਂ ਮੈਂ ਤਾਂ ਇਸ ਚੀਜ਼ ਬਾਰੇ ਇਨਫੈਕਟ ਤੁਹਾਨੂੰ ਸੱਚੇ ਦਿਲੋਂ ਦੱਸਾਂ, ਮੈਂ ਡਿਸਕਸ ਵੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹਦਾ ਰੀਜ਼ਨ ਇਹ ਹੈ ਕਿ ਕਰੋਨਾ ਦੇ ਟਾਈਮ 'ਤੇ, ਇਸ ਮਹਾਮਾਰੀ ਦੇ ਟਾਈਮ 'ਤੇ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ, ਬਹੁਤ ਸਾਰੇ ਲੋਕਾਂ ਦੇ ਨਜ਼ਦੀਕੀ ਲੋਕ ਗਏ ਹੈ। ਤਾਂ ਜਦੋਂ ਆਪਣਾ ਕੋਈ ਨਜ਼ਦੀਕੀ ਜਾਂਦਾ ਅਚਨਚੇਤ ਤਾਂ ਬੜਾ ਦੁੱਖ ਲੱਗਦਾ। ਉਹਦੇ ਵਿੱਚ ਮੈਂ ਇਹ ਨਹੀਂ ਕਹੂੰਗਾ ਮੇਰੀ ਡਿਊਟੀ ਸੀ, ਮੈਂ ਸੇਵਾ ਸੀ ਯਾਰ। ਮੈਂ ਇਸ ਕਰਕੇ, ਚਲੋ ਤੁਸੀਂ ਗੱਲ ਕੀਤੀ ਹੈ, ਮੈਂ ਇਹ ਗੱਲ ਕਿਸੇ ਨਾਲ ਸ਼ੇਅਰ ਵੀ ਨਹੀਂ ਕਰਦਾ। ਸੋ ਉਹ ਇੱਕ ਸੇਵਾ ਸੀ। ਅਸੀਂ ਮੋਹਾਲੀ ਦੇ ਵਿੱਚ ਜੋ ਕਰ ਸਕਦੇ ਸੀ ਆਪਣੇ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਮੋਹਾਲੀ ਸ਼ਹਿਰ ਦੇ ਵਿੱਚ ਫ੍ਰੀ ਕੈਬਸ ਚਲਾਈਆਂ, ਉਹਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਆਪਣਾ ਯੋਗਦਾਨ ਪਾਇਆ ਤੇ ਅਸੀਂ ਕੀ ਕੀਤਾ ਕਿ ਬਹੁਤ ਸਾਰੀਆਂ ਗੱਡੀਆਂ ਇਕੱਠੀਆਂ ਕਰਕੇ ਉਹਦੇ ਉੱਪਰ ਅਸੀਂ ਬੈਨਰ ਲਾ ਕੇ ਪੁਲਿਸ ਦਾ ਤੇ ਲਿਖਿਆ ਫ੍ਰੀ ਕਰੋਨਾ ਕੈਬਸ। ਅਸੀਂ ਉਹਦੇ ਜਿਹੜੇ ਬਜ਼ੁਰਗ ਬੰਦੇ ਨੇ, ਜਿਹੜੇ ਘਰੋਂ ਬਾਹਰ, ਜਿਨ੍ਹਾਂ ਦੇ ਬੱਚੇ ਬਾਹਰਲੇ ਦੇਸ਼ਾਂ 'ਚ ਨੇ ਜਾਂ ਜਿਹੜੇ ਇਕੱਲੇ ਰਹਿੰਦੇ ਨੇ, ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਸੀ, ਘਰੋਂ ਪਿਕ ਕਰਦੇ ਸੀ, ਹਸਪੀਟਲ ਲਿਜਾ ਕੇ ਉਹਨਾਂ ਦੀ ਵੈਕਸੀਨੇਸ਼ਨ ਕਰਵਾਉਂਦੇ ਸੀ ਤੇ ਘਰੇ ਡ੍ਰੌਪ ਕਰਦੇ ਸੀ। ਕਈ ਕੇਸਾਂ ਦੇ ਵਿੱਚ ਜਿੱਥੇ ਕਿ ਉਹ ਇੰਨੇ ਬਿਮਾਰ ਨੇ ਜਾਂ ਉਹ ਇੰਨੇ ਓਲਡ ਨੇ ਕਿ ਉਹ ਨਹੀਂ ਆ ਸਕਦੇ ਨਾ, ਅਸੀਂ ਉਹਦੇ 'ਚ ਡਾਕਟਰਾਂ ਨੂੰ ਬੇਨਤੀ ਕਰਦੇ ਸੀ ਕਿ ਡਾਕਟਰ ਸਾਹਿਬ, ਆਪਾਂ ਜੇ ਸਾਡੀ ਗੱਡੀ ਤੁਹਾਨੂੰ ਲੈਣ ਆਏਗੀ ਤੇ ਤੁਸੀਂ ਉਹ ਘਰੇ ਜਾ ਕੇ ਵੈਕਸੀਨੇਸ਼ਨ ਕਰਕੇ ਅਸੀਂ ਉਹਨਾਂ ਨੂੰ, ਡਾਕਟਰਸ ਨੂੰ ਵਾਪਸ ਹਸਪੀਟਲ ਡ੍ਰੌਪ ਕਰਦੇ ਰਹੇ ਹਾਂ। ਇਹ ਮੇਰੀ ਅਚੀਵਮੈਂਟ ਨਹੀਂ ਹੈ, ਇਹ ਅਚੀਵਮੈਂਟ ਨਹੀਂ ਆਪਾਂ ਇਹਨੂੰ ਕਹਿ ਸਕਦੇ ਕਿ ਮੇਰੀ ਕੋਈ ਅਚੀਵਮੈਂਟ ਹੈ। ਇਹ ਸਾਡੀ ਸੇਵਾ ਸੀ। ਔਰ ਮੇਰੇ ਨਾਲ ਜਿੰਨੇ ਵੀ ਉਸ ਵੇਲੇ ਮੈਂ ਐਸਪੀ ਟ੍ਰੈਫਿਕ ਮੋਹਾਲੀ ਸੀ ਉਦੋਂ, ਮੇਰੇ ਨਾਲ ਜਿੰਨੇ ਵੀ ਲੋਕੀ ਉਸ ਵੇਲੇ ਅਟੈਚ ਸੀਗੇ, ਮੇਰੇ ਨੀਚੇ ਕੰਮ ਕਰਨ ਵਾਲੇ ਇੰਪਲੋਈਜ਼, ਮੇਰੇ ਸੀਨੀਅਰ ਆਫੀਸਰਸ, ਸਾਡੀ ਸਾਰਿਆਂ ਦੀ ਸੇਵਾ ਸੀ ਇਹ। ਅਸੀਂ ਇਸ ਨੂੰ ਡਿਊਟੀ ਨਹੀਂ ਕਵਾਂਗੇ, ਸੇਵਾ ਸੀ ਸਾਡੀ। ਔਰ ਨੈਸ਼ਨਲ ਮੀਡੀਆ ਨੇ ਵੀ ਇਹਨੂੰ ਦਿੱਲੀ 'ਚੋਂ, ਦੂਰਦਰਸ਼ਨ ਨੇ ਕਵਰ ਕੀਤਾ ਸੀ ਇਸ ਚੀਜ਼ ਨੂੰ। ਹਾਂਜੀ ਸਰ, ਲਾਸਟ 'ਤੇ ਜਾਂਦੇ ਜਾਂਦੇ ਆਪਾਂ ਗੱਲ ਕਰਦੇ ਹਾਂ। ਇੱਕ ਤੁਸੀਂ ਆਰਟੀਕਲ ਲਿਖਦੇ ਹੋ, ਜ਼ਿਕਰ ਪਹਿਲਾਂ ਵੀ ਹੋਇਆ। ਆਰਟੀਕਲ ਤੁਸੀਂ ਸਮਾਜ ਦੇ ਤੱਥਾਂ ਦੇ ਆਧਾਰ 'ਤੇ ਲਿਖਦੇ ਹੋ, ਸਮਾਜ 'ਚ ਜਿਹੜੀਆਂ ਕੁਰੀਤੀਆਂ ਫੈਲੀਆਂ ਉਹਨਾਂ ਨੂੰ ਦੂਰ ਕਰਦੇ ਹੋ। ਸਾਡੇ ਲਈ, ਬਾਬੂਸ਼ਾਹੀ ਲਈ ਵੀ ਲਿਖਦੇ ਰਹੇ ਹੋ ਆਰਟੀਕਲ। ਸੋ ਉਹ ਵੀ ਗੱਲ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ। ਉਹ ਫੈਕਟ ਇਕੱਠੇ ਕਰਦੇ ਹੋ, ਪੁਲਿਸ ਅਫਸਰ ਹੋ, ਪਰ ਸਮਾਜਿਕ ਕੁਰੀਤੀਆਂ ਦੇ ਖਿਲਾਫ ਆਰਟੀਕਲ ਲਿਖਦੇ ਹੋ। ਪੁਲਿਸ ਅਫਸਰ ਮੈਂ ਜ਼ਰੂਰ ਹੈਗਾ, ਲੇਕਿਨ ਮੈਂ ਪੁਲਿਸ ਆਫਿਸਰ ਹੋਣ ਤੋਂ ਪਹਿਲਾਂ ਇਸ ਦੇਸ਼ ਦਾ ਇੱਕ ਨਾਗਰਿਕ ਵੀ ਹਾਂ, ਹੈ ਨਾ। ਅਤੇ ਪੁਲਿਸ ਅਫਸਰ ਤਾਂ ਬਾਅਦ 'ਚ ਬਣਿਆ ਨਾ, ਪਰ ਪਹਿਲਾਂ ਇਸ ਦੇਸ਼ ਦੇ ਨਾਗਰਿਕ ਹਾਂ। ਸੋ ਆਈ ਐਮ ਅ ਸਿਟੀਜ਼ਨ ਫਸਟ, ਦੈਨ ਅ ਸਿਟੀਜ਼ਨ ਇਨ ਯੂਨੀਫਾਰਮ, ਹੈ ਨਾ। ਸੋ ਇਸ ਕਰਕੇ ਇਹ ਇੰਪੋਰਟੈਂਟ ਹੈ ਸਾਡੀ ਮੋਰੈਲਿਟੀ ਲਈ, ਸਾਡੇ ਐਥਿਕਸ ਲਈ ਇੰਪੋਰਟੈਂਟ ਹੈ ਕਿ ਉਹ ਚੀਜ਼ਾਂ ਬਾਰੇ ਜ਼ਿਕਰ ਕੀਤਾ ਜਾਏ ਜਿਸ ਨੂੰ ਆਪਾਂ ਸੁਧਾਰਨਾ ਚਾਹੁੰਦੇ ਹਾਂ, ਹੈ ਨਾ। ਤੋ ਇਸ ਕਰਕੇ ਜਿਵੇਂ ਕਹਾਵਤ ਹੈ ਨਾ, ਕਹਿੰਦੇ ਕਿ ਜਬ ਉਸੂਲੋਂ ਕੀ ਬਾਤ ਆਏ तो टकराना ज़रूरी है, जो जिंदा हो तो जिंदा नज़र आना ज़रूरी है। ਸਹੀ, ਇਸ ਕਰਕੇ ਕੋਸ਼ਿਸ਼ ਕਰੀਦੀ ਹੈ ਕਿ ਕਿਸੇ ਚੀਜ਼ ਬਾਰੇ ਗੱਲ ਕਰੀਏ। ਹੁਣ ਬਹੁਤ ਸਾਰੇ ਮੈਂ ਆਰਟੀਕਲਸ ਲਿਖਦਾ, ਬਾਬੂਸ਼ਾਹੀ ਲਈ ਵੀ ਲਿਖੇ ਹੈ, ਜਿਸ ਮੈਂ ਸਾਈਬਰ ਦੀ ਗੱਲ ਕੀਤੀ ਹੈ, ਉਹਦੇ ਵਿੱਚ ਮੈਂ ਸਾਈਬਰ ਦੇ ਸਕੈਮਸ ਬਾਰੇ ਗੱਲ ਕੀਤੀ ਹੈ। ਹੁਣ ਜਦੋਂ ਕੋਈ ਆਰਟੀਕਲ ਪੜ੍ਹਦਾ ਹੈ ਤਾਂ ਕਿ ਉਸ ਨੂੰ ਪਤਾ ਲੱਗਦਾ ਹੋਗਾ ਕਿ ਇਹ ਸਕੈਮ ਚੱਲ ਰਿਹਾ ਹੈ, ਇਹ ਹੈਗਾ, ਲੋਕੀ ਅਵੇਅਰ ਹੁੰਦੇ ਹੈ। ਸੋ ਆਈ ਥਿੰਕ ਬੀਇੰਗ ਅ ਪੁਲਿਸ ਆਫਿਸਰ ਐਂਡ ਬੀਇੰਗ ਅ ਸਿਟੀਜ਼ਨ ਇਨ ਯੂਨੀਫਾਰਮ, ਇਹ ਸਾਡਾ ਫਰਜ਼ ਬਣ ਜਾਂਦਾ ਹੈ ਕਿ ਲੋਕਾਂ 'ਚ ਇੱਕ ਐਜੂਕੇਸ਼ਨ ਵੀ ਕਰੀਏ, ਕੱਲੀ ਲਾਅ ਇਨਫੋਰਸਮੈਂਟ ਨਾ ਕਰੀਏ, ਇੱਕ ਐਜੂਕੇਸ਼ਨ ਵੀ ਕਰੀਏ। ਐਂਡ ਆਈ ਐਮ ਵੈਰੀ ਥੈਂਕਫੁਲ ਟੂ ਆਲ ਮਾਈ ਜੂਨੀਅਰਸ ਐਂਡ ਮਾਈ ਸੀਨੀਅਰਸ ਐਂਡ ਮਾਈ ਫਰੈਂਡਸ ਐਂਡ ਕੋਲੀਗਸ ਫॉर देयर होल हार्टेड ਸਪੋਰਟ। ਅਤੇ ਉਹਨਾਂ ਦੀ ਮਿਹਨਤ ਸਦਕਾ ਹੀ, ਉਹਨਾਂ ਦੀ ਸਪੋਰਟ ਸਦਕਾ ਹੀ ਮੈਂ ਇਹ ਸਾਰੇ ਕੰਮ ਕਰ ਪਾ ਰਿਹਾ। ਲਾਸਟ 'ਤੇ ਸਰ ਜਾਂਦੇ ਜਾਂਦੇ ਆਮ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੂੰਗਾ, ਕੋਈ ਵੀ ਆਮ ਨਹੀਂ ਹੈਗਾ। ਆਮ ਲੋਕਾਂ ਦੀ ਸੁਨੇਹਾ ਹੈ ਕਿ ਕੋਈ ਆਮ ਨਹੀਂ ਹੈਗਾ, ਠੀਕ ਹੈ। ਸਾਰੇ ਖਾਸ ਹੁੰਦੇ ਨੇ, ਹਰ ਬੰਦਾ ਇੰਪੋਰਟੈਂਟ ਹੈ ਕਿਉਂਕਿ ਹਰ ਬੰਦਾ ਡਿਫਰੈਂਟ ਹੈ। ਸਾਡੇ ਸਾਰਿਆਂ ਦਾ DNA ਡਿਫਰੈਂਟ ਹੈਗਾ, ਸਾਡੇ ਸਾਰਿਆਂ ਦੇ ਫਿੰਗਰਪ੍ਰਿੰਟਸ ਡਿਫਰੈਂਟ ਨੇ। ਅਸੀਂ ਸਾਰੇ, ਸਾਡੀ ਜਰਨੀ ਆਪਸ 'ਚ ਕੰਪੈਰੀਜ਼ਨ 'ਚ ਨਹੀਂ ਹੈ ਕਿਸੇ ਦੀ, ਠੀਕ ਹੈ। ਹਰ ਜਾਨੇ ਦੀ ਜਰਨੀ ਡਿਫਰੈਂਟ ਹੈ। ਤੁਸੀਂ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰੋ, ਠੀਕ ਹੈ। ਮੈਂ ਹਮੇਸ਼ਾ ਕਹਿੰਦਾ, ਦਿਸ ਲਾਈਫ ਇਜ਼ ਅ ਜਰਨੀ ਆਫ ਬਿਟਰ ਵਰਸਿਸ ਬੈਟਰ। ਤੁਸੀਂ ਆਪਣੇ ਆਪ ਨੂੰ ਜੇ ਲਗਾਤਾਰ ਕਿਸੇ ਨਾਲ ਕੰਪੇਅਰ ਕਰੋਗੇ, ਤੁਸੀਂ ਬਿਟਰ ਹੁੰਦੇ ਜਾਓਗੇ। ਅਗਰ ਤੁਸੀਂ ਕਿਸੇ ਨਾਲ ਕੰਪੇਅਰ ਨਹੀਂ ਕਰੋਗੇ ਤੇ ਆਪਣੇ ਆਪ ਨਾਲ ਕੰਪੇਅਰ ਕਰੋਗੇ, ਤੁਸੀਂ ਬੈਟਰ ਹੁੰਦੇ ਜਾਓਗੇ।
ਸੋ ਬਿਟਰ ਵਰਸਸ ਬੈਟਰ 'ਚ ਤੁਸੀਂ ਕੀ ਚੁਣਨਾ ਹੈ ਤੁਹਾਡੇ ਆਪਣੇ ਹੱਥ ਹੈ। ਸੋ ਇਹੀ ਮੇਰੀ ਗੁਜ਼ਾਰਿਸ਼ ਹੈ ਤੇ ਬੇਨਤੀ ਹੈ ਕਿ ਯਾਰ ਮਿਹਨਤ ਕਰੀਏ ਐਂਡ ਆਪਣੇ ਪੇਰੈਂਟਸ ਨੂੰ ਪਿਆਰ ਕਰੋ, ਆਪਣੇ ਨਜ਼ਦੀਕੀਆਂ ਨੂੰ ਪਿਆਰ ਕਰੋ। ਜਿਹੜੀ ਜਰਨੀ ਆਫ ਲਾਈਫ ਹੈ ਇਹਦੇ ਵਿੱਚ ਸਕਸੈਸ ਸਿਰਫ ਵੱਡੀਆਂ ਅਹੁਦਿਆਂ ਤੇ ਪਹੁੰਚਣਾ ਨਹੀਂ ਹੈ, ਵੱਡੇ ਪੈਸਾ ਕਮਾਉਣਾ ਨਹੀਂ ਹੈ ਕਿ ਲੱਖਾਂ ਕਰੋੜਾਂ ਰੁਪਇਆ ਕਮਾ ਲਿਆ ਜਾਂ ਬਹੁਤ ਤੁਸੀਂ ਵੱਡੇ ਅਹੁਦਿਆਂ ਤੇ ਪਹੁੰਚ ਕੇ ਜਾਂ ਤੁਸੀਂ ਬਹੁਤ ਪਪੂਲਰ ਹੋ ਗਏ, ਤੁਹਾਡੇ ਮਿਲੀਅਨਸ ਆਫ ਫਾਲੋਅਰਸ ਹੋ ਗਏ। ਇਹ ਚੀਜ਼ਾਂ ਸੈਪਰੇਟ ਹੈ। ਰੀਅਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਅੱਛੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ, ਠੀਕ ਹੈ। ਬਾਕੀ ਸਭ ਦੁਨਿਆਵੀ ਗੱਲਾਂ ਨੇ ਕਿ ਇਫ ਯੂ ਆਰ ਅ ਗੁੱਡ ਹਿਊਮਨ ਬੀਇੰਗ ਤੁਹਾਡਾ ਇਸ ਧਰਤੀ ਤੇ ਆਉਣਾ ਸਫਲ ਹੈ। ਐਂਡ ਇਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ, ਔਰ ਉਹੀ ਮੈਂ ਚਾਹੁੰਦਾ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਹੈਵ ਅ ਵੰਡਰਫੁਲ ਡੇ। ਜੈ ਹਿੰਦ। ਥੈਂਕ ਯੂ। ਸੋ ਗੁਰਜੋਤ ਕਲੇਰ ਅਜਿਹੇ ਪੁਲਿਸ ਅਫਸਰ ਨੇ ਜੋ ਨੌਜਵਾਨ ਨੇ ਪਰ ਸਮਾਜ ਦੇ ਵੱਖ-ਵੱਖ ਪਹਿਲੂਆਂ ਨੂੰ ਦਿਖਾਉਂਦੇ ਨੇ, ਜਿਨ੍ਹਾਂ ਵੱਲੋਂ ਕਿਤਾਬਾਂ ਕਈ ਲਿਖੀਆਂ, ਸਿੰਗਰ ਨੇ ਤੇ ਇੱਕ ਸਭ ਤੋਂ ਉੱਚੀ ਚੋਟੀ ਆ ਉੱਤੇ ਚੜੇ ਤੇ ਸਮਾਜ ਨੂੰ ਸੁਧਾਰਨ ਦੀਆਂ ਗੱਲਾਂ ਕਰਦੇ ਨੇ। ਮੋਹਾਲੀ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਕੂ।